ਵਾਹਿਗੁਰੂ ਸਾਹਿਬ ਜੀਓ। मैं मूरख की केतक बात है, कोट परादी तरिया रे। गुर नानक जिन सुनिया भिखिया, से फिर गर्भास ना परियारे। गुर नानक जिन सुनिया भिखिया, से फिर गर्भास ना परियारे। परम सन्मानयोग चबर छत्र तख्त दे मालक धन धन साहिब श्री गुरु ग्रंथ साहिब पातशाह जी सतगुरां दी पावन पवित्र निगी गोद अंदर सुभाईमान गुरु स्वरूप गुरु प्यारी साध संगत जीओ। सतगुरां दी अपार नदर दे सदका जीवन दे संसार दे इन्हां कार विहारां नूं करदिआं होइआं सतगुरां ने अपनी पावन गोद दा निग मानण दा इह सोहना समां बख्शिश कीता है। और इस समय नूं सफल करदिआं बड़े प्यार बड़े भावना और बड़े इकाग्रता दे नाल ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੋ। ਆਓ ਸਾਧ ਸੰਗਤ ਇਨ੍ਹਾਂ ਪਾਵਨ ਦੀਵਾਨਾਂ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ 12 ਅੰਗ ਤੇ ਸੁਭਾਏਮਾਨ ਅੰਮ੍ਰਿਤਮਈ ਬਾਣੀ जो सिख मर्यादा के अनुसार हर गुरसिख रात नूं सौण वक्त पढ़दा है। पावन सोहिला साहिब जी की अमृत बाणी जिस दी विचार आपां इन्हां पावन दीवानां विच कल रोज तो आरंभ कीती है। सतगुर दी किरपा दे नाल इस अमृत बाणी दे अंदरों पहले शब्द नूं कल आपां गुरु किरपा सदका अमृत बाणी दे विचों समझण दा यतन कीता सी कि परिपूर्ण परमात्मा अकाल पुरख दी सिफत वडियाई दे गीत सत संगत दे अंदर बैठ के जो मनुख गाउंदा है, मालक दी किरपा दे सदका सतगुरां दी बख्शिश दी रहमत दे सदका उस मनुख नूं उस परिपूर्ण परमात्मा अकाल पुरख दे अमृत उपदेश दी सोझी प्राप्त हुंदी है। साडे जीवन दा ये मनोरथ है। आप अमृत बाणी पढ़दे हो। पातशाह कहंदे ने इस जगत इस संसार दे विच तू जिस कारज दे लई आया है उस कारज नूं तू संपूर्ण कर, ते जे ओ कारज तेरे जीवन दा संपूर्ण नहीं होया ते सतगुर कहंदे ने जिवें संसारिक तल ते कोई इंसान किसी काम नूं करे वो एक बार ना होवे ते ओनू दोबारा फिर उस काम नूं करना पैंदा है। कई बारी कोई कारज पहली बारी रास आ जाता है ते कई बारी किसी कारज नूं बंदा 50 बारी भी करदा है ते तद भी वो रास नहीं आंदा। सतगुर कहंदे ने जम जम मरै मरै फिर जमै, बहुत सजाए पया देश लम्मै। आओ सतगुर के इन अमृत बचनां नूं जो दातार पिता जी ने अज बख्शिश कीते ने। दूजा शब्द राग आसा महला पहला,
ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼, ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਇਨ੍ਹਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਸਤਿਗੁਰੂ ਆਪ ਕਿਰਪਾ ਕਰਨ, ਆਪ ਸੰਗਤ ਦੀ ਅਸੀਸ ਦੇ ਸਦਕਾ ਇਨ੍ਹਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਨਾਲ ਵਿਚਾਰ ਸਕੀਏ। ਕਰੋ ਕਿਰਪਾ, ਜਿਤਨੇ ਤਨ ਗੁਰੂ ਦੀ ਗੋਦ ਵਿੱਚ ਜੁੜ ਬੈਠੇ ਹੋ, ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਬਾਬਾ ਸੰਬੋਧਕੀ ਸ਼ਬਦ ਹੈ ਕਿ हे ਬਾਬਾ, ਤੇ ਬਾਬਾ ਸ਼ਬਦ ਦਾ ਆਖਰੀ ਅਰਥ ਭਾਵ ਹੈ हे ਭਾਈ। ਇਹ ਬਾਣੀ ਦੇ ਅੰਦਰ ਖਾਸ ਕਰਕੇ ਜਦੋਂ ਅਸੀਂ ਸੰਬੋਧਨ ਰੂਪ ਵਿੱਚ ਅੰਮ੍ਰਿਤ ਸ਼ਬਦਾਂ ਨੂੰ ਪੜ੍ਹਦੇ ਹਾਂ, ਕਿਤੇ ਸਤਿਗੁਰ ਨੇ ਮਨ ਨੂੰ ਸੰਬੋਧਨ ਕੀਤਾ ਹੈ, ਮਨ ਰੇ हे ਮਨ। ਕਿਤੇ ਸਤਿਗੁਰਾਂ ਨੇ ਸ਼ਬਦ ਭਾਈ ਵਰਤਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤਾਤ ਵਿੱਚ ਸ਼ਬਦ ਵਰਤੇ ਮਾਈ। ਮਾਈ ਮਨ ਮੇਰੋ ਬਸਨਾ ਹੈ, ਮਾਈ ਮੈਂ ਸੁਖ ਪਾਇਓ ਗੁਰ ਆਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਈ ਸ਼ਬਦ ਨੂੰ ਬਹੁਤ ਵਰਤੇ। ਅਸਲ ਵਿੱਚ ਇਹ ਸੰਬੋਧਕੀ ਸ਼ਬਦ ਨੇ, ਤੇ ਸੰਬੋਧਕੀ ਸ਼ਬਦ ਦਾ ਮਤਲਬ ਹੁੰਦਾ ਹੈ ਜਿਹਨੂੰ ਸੰਬੋਧਨ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, हे ਭਾਈ ਜੈ ਘਰ। ਘਰ ਸ਼ਬਦ ਇੱਥੇ ਘਰ ਦੇ ਰਾਰੇ ਨੂੰ ਸਿਹਾਰੀਏ। ਬਾਣੀ ਦੇ ਅੰਦਰ ਸਾਧ ਸੰਗਤ, ਤੁਸੀਂ ਇਹਨਾਂ ਸ਼ਬਦਾਂ ਨੂੰ ਥੋੜਾ ਜਿਹਾ ਧਿਆਨ ਗੋਚਰੇ ਰੱਖੋਗੇ ਨਾ, ਤੇ ਕਦੀ ਵੀ ਬਾਣੀ ਪੜ੍ਹਦੇ ਆ ਅਸੀਂ ਬਾਣੀ ਨੂੰ ਪੜ੍ਹਦਿਆਂ ਹੋਇਆਂ ਕਦੀ ਕੁਝ ਉਕਾਈ ਨਹੀਂ ਖਾਵਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਵਿੱਚ ਵਾਰ-ਵਾਰ ਇਹ ਸ਼ਬਦ ਵਰਤੇ ਨੇ, ਔਰ ਇਹਨਾਂ ਦੇ ਅੰਦਰ ਥੋੜਾ ਜਿਹਾ ਜਿਹੜਾ ਡਿਫਰੈਂਸ ਹੈ, ਕੁਝ ਸਾਨੂੰ ਬਾਣੀ ਦੇ ਸ਼ਬਦੀ ਅਰਥਾਂ ਵੱਲ ਧਿਆਨ ਰੱਖਣਾ ਪਏਗਾ ਵੀ ਇੱਥੇ ਕਿਸ ਵੇ ਵਿੱਚ ਗੱਲ ਕੀਤੀ ਗਈ ਹੈ, ਤੇ ਕੁਝ ਜਿਹੜੀ ਵਿਆਕਰਨ ਦੇ ਨਿਯਮ ਨੇ ਉਹ ਸਾਨੂੰ ਦੱਸਣਗੇ ਵੀ ਇੱਥੇ ਕਿਹੜੇ ਘਰ ਦੀ ਗੱਲ ਕੀਤੀ ਹੈ। ਕੱਲ ਅਸੀਂ ਸ਼ਬਦ ਪੜ੍ਹਿਆ ਸੀ ਸਤਿਗੁਰ ਕੀ ਪਾਵਨ ਬਾਣੀ ਵਿੱਚੋਂ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਜੈ ਘਰ ਕੀਰਤ ਆਖੀਐ। ਜਿਸ ਘਰ ਦੇ ਅੰਦਰ ਪ੍ਰਮਾਤਮਾ ਦੀ ਕੀਰਤ ਵਡਿਆਈ ਆਖੀ ਜਾਂਦੀ, ਉੱਥੇ ਘਰ ਦਾ ਅਰਥ ਸੀ ਸਤ ਸੰਗਤ ਰੂਪੀ ਘਰ। ਇੱਥੇ ਸਤਿਗੁਰ ਨੇ ਸ਼ਬਦ ਵਰਤੇ। ਪਾਤਸ਼ਾਹ ਕਹਿੰਦੇ ਨੇ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਜਿਸ ਘਰ ਦੇ ਅੰਦਰ ਕਰਤੇ ਭਾਵ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੀ ਕੀਰਤ ਹੁੰਦੀ ਹੈ, ਇੱਥੇ ਵੀ ਘਰ ਦੇ ਰਾਰੇ ਨੂੰ ਸਿਹਾਰੀ। ਇਹਦਾ ਮਤਲਬ ਵੀ ਸਤ ਸੰਗਤ ਹੈ, ਸਤ ਸੰਗਤ ਰੂਪੀ ਘਰ। ਇੱਕ ਸ਼ਬਦ ਬਾਣੀ ਵਿੱਚ ਤੁਸੀਂ ਅੱਗੇ ਚੜ ਕੇ ਪੜੋਗੇ, ਇਸੇ ਪੰਕਤੀ ਦੇ ਅੰਦਰ, ਸੋ ਘਰ ਰਾਖ ਵਡਾਈ ਤੋਏ। ਉੱਥੇ ਘਰ ਦੇ ਰਾਰੇ ਨੂੰ ਸਿਹਾਰੀਏ, ਮਾਫ ਕਰਨਾ, ਉੱਥੇ ਘਰ ਦੇ ਰਾਰੇ ਨੂੰ ਥੱਲੇ ਔਂਕੜ ਲੱਗਾ ਹੈ। ਉਸ ਘਰ ਦਾ ਮਤਲਬ, ਇਸ ਘਰ ਦਾ ਮਤਲਬ ਸਤ ਸੰਗਤ ਰੂਪੀ ਘਰ, ਤੇ ਜਿੱਥੇ ਘਰ ਦੇ ਰਾਰੇ ਨੂੰ ਥੱਲੇ ਔਂਕੜ ਲੱਗਾ ਹੈ, ਉਸ ਘਰ ਦਾ ਮਤਲਬ ਹੋ ਜਾਏਗਾ ਸੋ ਘਰ ਰਾਖ ਵਡਾਈ ਤੋਏ। ਉਸ ਘਰ ਨੂੰ, ਰਾਖ ਦਾ ਮਤਲਬ ਇਹ ਰੱਖਣਾ। ਸਤਿਗੁਰ ਕਹਿੰਦੇ ਨੇ ਉਸ ਘਰ ਨੂੰ, ਭਾਵ ਸਤ ਸੰਗਤ ਰੂਪੀ ਘਰ ਨੂੰ ਤੂੰ ਆਪਣੇ ਹਿਰਦੇ ਦੇ ਅੰਦਰ ਰੱਖ, ਇਸ ਵਿੱਚ ਤੇਰੀ ਭਲਾਈ ਹੈ। ਹੁਣ ਇੱਥੇ ਘਰ ਦੇ ਰਾਰੇ ਨੂੰ ਥੱਲੇ ਔਂਕੜ ਕਿਉਂ ਆਇਆ? ਕਿਉਂਕਿ ਇੱਕ ਘਰ ਦੀ ਗੱਲ ਹੈ, ਸਤ ਸੰਗਤ ਰੂਪੀ ਘਰ, ਜਿੱਥੇ ਇੱਕ ਪਰਮਾਤਮਾ ਦੀ ਕੀਰਤੀ ਹੁੰਦੀ ਹੈ।
ਘਰ ਕਈ ਹੋ ਸਕਦੇ ਨੇ, ਅਸੀਂ ਜਿਹੜੇ ਇੱਟਾਂ ਦੇ ਬਣਾਏ ਘਰ ਵਿੱਚ ਰਹਿੰਦੇ ਅਸੀਂ ਉਹਨੂੰ ਵੀ ਘਰ ਕਹਿੰਦੇ ਹਾਂ। ਜਿਹੜਾ ਅਸੀਂ ਬਿਲਡਿੰਗ ਤਿਆਰ ਕੀਤੀ, ਘਰ ਬਣਾਇਆ, ਬਹੁਤ ਅਸੀਸਾਂ ਬਖਸ਼ਿਸ਼ਾਂ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ, ਕਿਉਂਕਿ ਹਰ ਬੰਦੇ ਦੇ ਜੀਵਨ ਦਾ ਇਹ ਮਕਸਦ ਹੁੰਦਾ ਵੀ ਉਹ ਜਿਸ ਥਾਂ ਤੇ ਰਹਿੰਦਾ ਹੈ ਉਹਦਾ ਘਰ ਬਹੁਤ ਸੋਹਣਾ ਬਣਿਆ ਹੋਵੇ। ਉਹ ਯਤਨ ਕਰਦਾ ਹੈ ਘਰ ਨੂੰ ਅੰਦਰੋਂ ਬਾਹਰੋਂ ਸਵਾਰ ਕੇ ਰੱਖਦਾ ਹੈ। ਜਿੱਥੇ ਉਹਨੂੰ ਘਰ ਦੇ ਅੰਦਰ ਕਿਤੇ ਊਣਤਾਈ ਲੱਗਦੀ ਉਹਨੂੰ ਸਵਾਰਦਾ ਹੈ। ਸਤਿਗੁਰ ਕਹਿੰਦੇ ਨੇ ਗੱਲ ਚੇਤੇ ਰੱਖ, ਹੇ ਭਾਈ, ਜੈ ਘਰ ਜਿਸ ਹਿਰਦੇ ਰੂਪੀ ਘਰ ਦੇ ਸਤ ਸੰਗਤ ਰੂਪੀ ਘਰ ਦੇ ਅੰਦਰ ਕਰਤੇ ਕੀਰਤ ਹੋਏ, ਉਸ ਕਰਤੇ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੀ ਕੀਰਤੀ ਵਡਿਆਈ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨੇ ਜਿਸ ਘਰ ਦੇ ਅੰਦਰ, ਜਿਸ ਸੰਤ ਸੰਗਤ ਦੇ ਅੰਦਰ ਜੁੜ ਕੇ ਤੂੰ ਮਾਲਕ ਪ੍ਰਮਾਤਮਾ ਅਕਾਲ ਪੁਰਖ ਦੀ ਕੀਰਤੀ ਕਰਨਾ ਹੈ, ਰੱਬ ਦੇ ਗੁਣ ਗਾਣਾ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਪਾਤਸ਼ਾਹ ਕਹਿੰਦੇ ਨੇ ਸੋ ਘਰ ਰਾਖ ਵਡਾਈ ਤੋਏ। ਉਸ ਘਰ ਨੂੰ, ਰਾਖ ਦਾ ਮਤਲਬ ਇਹ ਰੱਖ ਲੈ। ਰਾਖ ਸ਼ਬਦ ਦਾ ਮਤਲਬ ਹੁੰਦਾ ਰੱਖਣਾ, ਭਾਵ ਸੰਭਾਲਣਾ। ਜਿਵੇਂ ਪਿਛਲੇ ਸ਼ਬਦ ਵਿੱਚ ਆਪ ਜੀ ਨੇ ਸ਼ਬਦ ਪੜਿਆ ਸੀ, ਜਿੱਤੇ ਸਤਿਗੁਰ ਨੇ ਬਚਨ ਕੇ ਅਖੀਰ ਵਿੱਚ ਜਾ ਕੇ ਪਾਤਸ਼ਾਹ ਕਹਿੰਦੇ ਨੇ ਇਹ ਘਰ ਨੂੰ ਤੂੰ ਰੱਖ, ਸਤਨਹਾਰਾ ਸਿਮਰਿਏ ਨਾਨਕ ਸੇ ਦੇ ਆਵਨ। ਪਾਤਸ਼ਾਹ ਕਹਿੰਦੇ ਨੇ ਉਹ ਦਿਨ ਆਉਣ ਵਾਲਾ ਹੈ, ਪਰ ਇੱਕ ਗੱਲ ਚੇਤੇ ਰੱਖ, ਆਉਣ ਤੋਂ ਪਹਿਲਾਂ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੀ ਦਿੱਤੀ ਇਸ ਦਾਤ ਨੂੰ ਤੂੰ ਸੰਭਾਲ ਲੈ ਆਪਣੇ ਜੀਵਨ ਵਿੱਚ। ਇੱਥੇ ਸਤਿਗੁਰ ਨੇ ਸ਼ਬਦ ਵਰਤੇ। ਪਾਤਸ਼ਾਹ ਕਹਿੰਦੇ ਨੇ ਸੋ ਘਰ, ਉਸ ਘਰ ਨੂੰ, ਉਸ ਸਤ ਸੰਗਤ ਰੂਪੀ ਘਰ ਦੇ ਅੰਦਰ ਜਿਹੜੇ ਤੂੰ ਗੁਣ ਗਾਏ ਨੇ ਰੱਬ ਦੇ, ਜਿਹੜੀ ਤੂੰ ਵਡਿਆਈ ਕੀਤੀ ਹੈ ਪ੍ਰਮਾਤਮਾ ਦੀ, ਸਤਿਗੁਰ ਕਹਿੰਦੇ ਨੇ ਸੋ ਘਰ ਰਾਖ ਵਡਾਈ ਤੋਏ। ਉਸ ਘਰ ਨੂੰ ਸਤਿਗੁਰ ਕਹਿੰਦੇ ਨੇ ਰੱਖ, ਸੰਭਾਲ ਕਰ। ਵਡਾਈ ਦਾ ਮਤਲਬ ਹੈ ਵਡਿਆਈ, ਤੋਏ ਦਾ ਮਤਲਬ ਹੈ ਤੇਰੀ। ਇਹਦੇ ਵਿੱਚ ਸਤਿਗੁਰ ਕਹਿੰਦੇ ਨੇ ਤੇਰੀ ਵਡਿਆਈ ਹੈ। ਧਿਆਨ ਦੇਣਾ, ਇਹਦੇ ਵਿੱਚ ਤੇਰੀ ਵਡਿਆਈ ਹੈ ਜੇ ਤੂੰ ਉਸ ਘਰ ਨੂੰ ਰੱਖ ਲਵੇਂ। ਭਾਵ ਜੇ ਤੈਨੂੰ ਸਮਝ ਆ ਜਾਏ ਸਤ ਸੰਗਤ ਰੂਪੀ ਘਰ ਵਿੱਚ ਜਿੱਥੇ ਕਰਤੇ ਦੀ ਪ੍ਰਮਾਤਮਾ ਦੀ ਤੂੰ ਸਿਫਤ ਸਲਾਹ ਹੁੰਦੀ ਵੇਖਣਾ। ਪਾਤਸ਼ਾਹ ਕਹਿੰਦੇ ਨੇ ਉਸ ਘਰ ਨੂੰ ਸਾਂਭ, ਉਸ ਘਰ ਦੀ ਟੇਕ ਲੈ, ਉਸ ਘਰ ਦਾ ਆਸਰਾ ਲੈ। ਉਸ ਘਰ ਦਾ ਆਸਰਾ ਲਏਗਾ ਤੇ ਤੇਰਾ ਆ ਹਿਰਦਾ ਰੂਪੀ ਘਰ ਜਿਹੜਾ ਸੋਹਣਾ ਹੋ ਜਾਏਗਾ। ਜੇ ਤੂੰ ਕਰਤੇ ਦੇ ਘਰ ਦੀ ਓਟ ਲਏਗਾ, ਜੇ ਤੂੰ ਸਤ ਸੰਗਤ ਰੂਪੀ ਘਰ ਦੀ ਓਟ ਲਏਗਾ, ਤੇ ਮੇਰੇ ਸਤਿਗੁਰ ਕਹਿੰਦੇ ਨੇ ਜਿਹੜਾ ਤੇਰਾ ਹਿਰਦੇ ਰੂਪੀ ਘਰ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਘਰ ਸੋਹਣਾ ਹੋ ਜਾਏਗਾ। ਵੇਖੋ ਸਾਧ ਸੰਗਤ, ਹਰ ਇਨਸਾਨ ਯਤਨ ਕਰਦਾ ਹੈ, ਉਹ ਆਪਣੇ ਘਰ ਨੂੰ ਸੰਭਾਲਦਾ ਹੈ, ਘਰ ਦੇ ਅੰਦਰ ਗੰਦਗੀ ਨੂੰ ਦੂਰ ਕਰਨ ਦੇ ਯਤਨ ਕਰਦਾ ਹੈ। ਸਵੇਰੇ ਉੱਠਦੀਆਂ ਨੇ ਮਾਤਾਵਾਂ ਭੈਣਾਂ ਤੇ ਸਵੇਰੇ ਘਰ ਦੇ ਕੰਮ ਕਰਦੇ ਆ, ਸਭ ਤੋਂ ਪਹਿਲਾਂ ਉਹ ਘਰ ਦੇ ਅੰਦਰ ਘਰ ਨੂੰ ਸਵਾਰਦੀਆਂ ਨੇ, ਬੋਕਰ ਕਰਦੀਆਂ ਨੇ, ਪੋਚਾ ਲਗਾਉਂਦੀਆਂ ਨੇ ਤਾਂ ਕਿ ਘਰ ਅੰਦਰੋਂ ਸੋਹਣਾ ਨਜ਼ਰ ਆਏ। ਇੱਕ ਗੱਲ ਚੇਤੇ ਰੱਖਿਓ, ਜੇ ਘਰ ਦੇ ਅੰਦਰ ਹੋਵੇ ਗੰਦਗੀ ਤੇ ਬੰਦਾ ਉਸ ਗੰਦਗੀ ਦੇ ਅੰਦਰ ਨਿਵਾਸ ਕਰੇ, ਉਸੇ ਥਾਂ ਤੇ ਰਹੇ, ਤੇ ਬਾਹਰੋਂ ਆਉਣ ਵਾਲਾ ਕੋਈ ਬੰਦਾ ਸਭ ਤੋਂ ਪਹਿਲਾਂ ਆ ਕੇ ਇਹੀ ਗੱਲ ਆਖੇਗਾ, ਭਾਈ ਘਰ ਤੂੰ ਬਾਹਰੋਂ ਬੜਾ ਸੋਹਣਾ ਬਣਾਇਆ ਹੈ ਪਰ ਅੰਦਰੋਂ ਵੀ ਕਦੀ ਇਹਨੂੰ ਸਵਾਰ ਲਿਆ ਕਰ, ਅੰਦਰ ਦੀ ਗੰਦਗੀ ਨੂੰ ਵੀ ਦੂਰ ਕਰਿਆ ਕਰ, ਕਿਉਂਕਿ ਅੰਦਰੋਂ ਅੱਤ ਦਾ ਮੈਲਾ, ਅੱਤ ਦਾ ਗੰਦਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਈ ਵਾਰੀ ਘਰ ਬਾਹਰੋਂ ਮਾੜਾ ਨਜ਼ਰ ਆਉਂਦਾ ਹੈ, ਪਰ ਜਦੋਂ ਬੰਦਾ ਅੰਦਰ ਜਾਂਦਾ ਹੈ ਤੇ ਅੰਦਰੋਂ ਵੇਖ ਕੇ ਆਸ਼ਸ਼ ਕਰ ਉੱਠਦਾ, ਕਹਿੰਦੇ ਕਮਾਲ ਹੈ, ਬਾਹਰੋਂ ਵੇਖਿਆ ਘਰ ਬਹੁਤ ਭੈੜਾ ਲੱਗਦਾ ਸੀ ਪਰ ਅੰਦਰੋਂ ਬਹੁਤ ਸੋਹਣੇ ਢੰਗ ਨਾਲ ਸਵਾਰਿਆ ਹੋਇਆ। ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਘਰ ਹੈ, ਇਹਦੇ ਅੰਦਰ ਵੀ ਸਤਿਗੁਰ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਵਿਸ਼ੇ ਨੇ, ਵਿਕਾਰ ਨੇ, ਗੰਦਗੀ ਹੈ। ਸ਼ਬਦ ਦੀ ਪਾਵਨ ਬਾਣੀ ਤੁਸੀਂ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੁਝੈ, ਕਿਸ ਆਗੇ ਕਰੀ ਪੁਕਾਰਾ। ਸਤਿਗੁਰ ਅੰਦਰ ਦੇ ਅੰਮ੍ਰਿਤ ਨੂੰ ਲੁੱਟਦੇ ਨੇ, ਪਰ ਮਨਮੁਖ ਬੰਦਾ ਇਹਨਾਂ ਪਦਾਰਥਾਂ ਦੇ ਰਸ ਵਿੱਚ ਉਲਝਿਆ ਹੋਇਆ ਹੈ, ਉਹਨੂੰ ਆਪਣੇ ਅੰਦਰ ਲੁੱਟੇ ਹੋਏ ਜਾਣ ਦੀ ਸਮਝ ਹੀ ਨਹੀਂ ਪੈਂਦੀ।
ਸਤਿਗੁਰ ਕਹਿੰਦੇ ਨੇ ਇਸ ਘਰ ਦੀ ਸੰਭਾਲ ਕਰ ਜਿਹੜਾ ਪ੍ਰਮਾਤਮਾ ਨੇ ਕਿਰਪਾ ਕਰਕੇ ਤੈਨੂੰ ਦਿੱਤਾ ਹੈ। ਤਾਂ ਹੀ ਸਾਹਿਬ ਜੀ ਕਹਿੰਦੇ ਨੇ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਤੇਰੇ ਹਿਰਦੇ ਘਰ ਵਿੱਚ ਅੰਮ੍ਰਿਤ ਭਰਪੂਰ ਹੈ। ਅੰਮ੍ਰਿਤ ਨਾਲ ਭਰਿਆ ਹੋਇਆ ਤੇਰਾ ਘਰ ਹੈ, ਆਤਮਿਕ ਗੁਣਾਂ ਨਾਲ ਭਰਿਆ ਹੋਇਆ ਤੇਰਾ ਘਰ ਹੈ। ਫਰਕ ਸਿਰਫ ਇੰਨਾ ਤੈਨੂੰ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਵੇਖਣ ਦੀ ਸੋਝੀ ਨਹੀਂ ਆਈ। ਸੋਝੀ ਤੈਨੂੰ ਮਿਲੇਗੀ ਪ੍ਰਮਾਤਮਾ ਕੋਲੋਂ। ਮੈਂ ਕਈ ਵਾਰੀ ਇੱਕ ਬੇਨਤੀ ਕਰਨਾ, ਵੇਖੋ ਏਡੇ ਵੱਡੇ ਬ੍ਰਹਿਮੰਡ ਦਾ ਪਸਾਰਾ ਹੈ, ਇਹਦੇ ਅੰਦਰ ਇਨਸਾਨ ਇੰਨਾ ਕੁਝ ਕਮਾਉਂਦਾ ਹੈ, ਇੰਨਾ ਕੁਝ ਬਣਾਉਂਦਾ ਹੈ, ਇੰਨਾ ਕੁਝ ਸੰਸਾਰ ਦੇ ਅੰਦਰ। ਤੁਸੀਂ ਵੇਖੋ ਕਿਸੇ ਇਨਸਾਨ ਨੇ ਆਪਣੇ ਜੀਵਨ ਦੇ ਅੰਦਰ ਸਟੱਡੀ ਕੀਤੀ, ਪੜ੍ਹਾਈ ਕੀਤੀ, ਸਾਧ ਸੰਗਤ ਪੜ੍ਹਾਈ ਕਰਦਾ ਹੈ ਤੇ ਉਹਨੇ ਆਪਣੇ ਜੀਵਨ ਵਿੱਚ ਮੰਨ ਲਓ ਪੜ੍ਹਾਈ ਕਰ ਕਰਕੇ ਐਜੂਕੇਸ਼ਨ ਦੇ ਤਲ ਤੇ ਉਹ ਕਿਸੇ ਮੁਕਾਮ ਤੇ ਪਹੁੰਚਿਆ। ਉਹਨੇ ਫਿਰ ਕੀ ਕੀਤਾ, ਆਪਣੀ ਮਤ ਵਿੱਚੋਂ ਜੋ ਕੁਝ ਉਹਨੇ ਅੰਦਰ ਰਤਨ ਜਵਾਹਰ ਭਰੇ ਸਨ, ਉਹਨਾਂ ਕੀਮਤੀ ਰਤਨਾਂ ਦੇ ਗਿਆਨ ਦੇ ਸਦਕਾ ਉਹਨੇ ਆਪਣੀ ਮਤ ਵਿੱਚੋਂ ਹੋਰ ਗਿਆਨ ਪੈਦਾ ਕੀਤਾ। ਜੋ ਕੁਝ ਬੰਦਾ ਬਾਹਰੋਂ ਵੇਖਦਾ ਹੈ ਸਿਰਫ ਉਹਨੇ ਵਿੱਚ ਤੇ ਨਹੀਂ ਨਾ, ਅੰਦਰ ਜਦੋਂ ਬਾਹਰੀ ਗਿਆਨ ਅੰਦਰ ਜਾਂਦਾ ਹੈ, ਸੱਚ ਵਿੱਚ ਅੰਦਰ ਜਿਹੜਾ ਪਰਮਾਤਮਾ ਨੇ ਮਤ ਪੈਦਾ ਕੀਤੀ ਹੈ, ਉਹ ਉਹਨਾਂ ਗਿਆਨ ਦੇ ਅੰਦਰ ਬੀਜੇ ਹੋਏ ਗਿਆਨ ਨੂੰ ਕਈ ਗੁਣਾ ਵਧਾ ਕੇ ਪ੍ਰਗਟ ਕਰਦਾ ਹੈ। ਬੰਦੇ ਨੇ ਪੜ੍ਹਿਆ ਤੇ ਥੋੜਾ ਹੀ ਹੈ, ਪਰ ਕਿਤਾਬਾਂ ਜਦੋਂ ਅਸੀਂ ਮਾਰਕੀਟ ਵਿੱਚ ਵੇਖਦੇ, ਕਿਸੇ ਬੰਦੇ ਨੇ 50 ਕਿਤਾਬਾਂ ਲਿਖੀਆਂ, ਕਿਸੇ ਨੇ 100 ਲਿਖੀਆਂ, ਪਰ ਧਿਆਨ ਦੇਣਾ ਜੋ ਕੁਝ ਉਹਨੇ ਲਿਖਿਆ ਹੈ, ਕਹਿੰਦਾ ਵੀ ਜੋ ਕੁਝ ਇਸ ਬੰਦੇ ਨੇ ਲਿਖਿਆ ਬਿਲਕੁਲ ਨਵਾਂ ਲਿਖਿਆ ਹੈ। ਹੁਣ ਜਿਹੜਾ ਨਵਾਂ ਲਿਖਿਆ ਉਹ ਨਵਾਂ ਕਿੱਥੋਂ ਆਇਆ? ਜੋ ਕੁਝ ਉਹਨੇ ਪੜ੍ਹਿਆ ਉਸ ਪੜ੍ਹੇ ਦੇ ਆਧਾਰ ਤੇ ਉਹਨੇ ਆਪਣੀ ਮਤ ਵਿੱਚੋਂ ਖੋਜ ਕੀਤੀ ਹੈ। ਮਤ ਨੇ ਉਹਨੂੰ ਪ੍ਰੇਰਿਆ, ਮਤ ਵਿੱਚੋਂ ਖੋਜ ਕੀਤੀ ਤੇ ਮਤ ਵਿੱਚ ਉਹਨੇ ਨਵਾਂ ਖਜ਼ਾਨਾ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸੇ ਕਰਕੇ ਤੇਰੀ ਮਤ ਵਿੱਚ ਖਜ਼ਾਨਾ ਭਰਿਆ ਪਿਆ ਹੈ। ਗੁਰੂ ਦੀ ਗੱਲ ਸੁਣ ਕੇ, ਗੁਰੂ ਦੀ ਸਿੱਖਿਆ ਸੁਣ ਕੇ ਆਪਣੇ ਅੰਦਰ ਦੇ ਖਜ਼ਾਨੇ ਨੂੰ ਪ੍ਰਗਟ ਕਰ। ਪਰ ਸਾਹਿਬ ਕਹਿੰਦੇ ਨੇ ਮਨਮੁਖ ਬੰਦੇ ਨੂੰ ਸਮਝ ਨਹੀਂ ਆਉਂਦੀ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਸਾਹਿਬ ਕਹਿੰਦੇ ਨੇ ਜਿਵੇਂ ਮਿਰਗ ਹਿਰਨ, ਉਹਦੀ ਨਾਭੀ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ, ਪਰ ਉਹਨੂੰ ਪਤਾ ਹੀ ਨਹੀਂ ਹੈ ਖੁਸ਼ਬੂ ਮੇਰੀ ਨਾਭੀ ਵਿੱਚੋਂ ਆ ਰਹੀ। ਉਹ ਸਾਰੀ ਜ਼ਿੰਦਗੀ ਬਾਹਰ ਭਟਕਦੀ ਹੈ। ਉਹ ਬਾਹਰ ਭਟਕਦੀ, ਖੁਸ਼ਬੂ ਕਿਸ ਪਾਸਿਓਂ ਆ ਰਹੀ ਹੈ ਭਟਕਦੀ ਹੈ, ਪਰ ਉਹਨੂੰ ਆਪਣੇ ਅੰਦਰੋਂ ਸਮਝ ਨਹੀਂ ਪੈਂਦੀ ਵੀ ਇਹ ਖੁਸ਼ਬੂ ਮੇਰੇ ਅੰਦਰ ਹੈ। ਗੁਰਦੇਵ ਪਿਤਾ ਕਹਿੰਦੇ ਨੇ ਇਸੇ ਤਰ੍ਹਾਂ ਹੈ ਉਹ ਕਰਤਾ ਅੰਦਰ ਹੀ। ਬੰਦਾ ਅੰਦਰੋਂ ਉਸ ਨੂੰ ਸਮਝਣ ਦੀ ਬਜਾਏ ਸਾਰੀ ਜ਼ਿੰਦਗੀ ਬਾਹਰ ਭਟਕਦਾ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਟੁੰਡੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਾਬਾ ਜੈ ਘਰ ਕਰਤੇ ਕੀਰਤ ਹੋਏ। हे ਭਾਈ, ਜਿਸ ਘਰ ਦੇ ਅੰਦਰ ਕਰਤੇ ਦੀ ਕੀਰਤੀ ਹੁੰਦੀ ਹੈ, ਕਰਤੇ ਦੀ ਵਡਿਆਈ ਹੁੰਦੀ, ਸਤ ਸੰਗਤ ਰੂਪੀ ਘਰ, ਪਾਤਸ਼ਾਹ ਕਹਿੰਦੇ ਨੇ ਸੋ ਘਰ ਰਾਖ ਵਡਾਈ ਤੋਏ। ਉਸ ਘਰ ਨੂੰ that home is blessed by you, ਉਸ ਘਰ ਨੂੰ ਤੂੰ ਆਪਣੇ ਅੰਤਰ ਆਤਮੇ ਸੋਝੀ ਦੇ ਨਾਲ ਸਤਿਗੁਰ ਕਹਿੰਦੇ ਨੇ ਸੰਭਾਲ। ਤੇ ਇਹਦੇ ਵਿੱਚ ਸਤਿਗੁਰ ਕਹਿੰਦੇ ਨੇ ਤੇਰੀ ਵਡਿਆਈ ਹੈ, ਇਹਦੇ ਵਿੱਚ ਤੇਰੀ ਉਪਮਾ ਹੈ। ਕਿਉਂਕਿ ਇਸ ਘਰ ਦੇ, ਜਿਸ ਘਰ ਦੇ ਅੰਦਰ ਕੀਰਤੀ ਕਰਕੇ ਮੰਨ ਲਓ ਮੈਂ ਉੱਠ ਕੇ ਚਲਾ ਗਿਆ, ਥੋੜਾ ਜਿਹਾ ਸੰਗਤ ਗੱਲ ਨੂੰ ਸਮਝਣਾ। ਮੰਨ ਲਓ ਮੈਂ ਗੁਰਦੁਆਰੇ ਵਿੱਚ ਬੈਠਾ, ਅੱਧਾ ਘੰਟਾ ਬੈਠ ਕੇ ਮੈਂ ਕੀਰਤਨ ਦੀਆਂ ਧੁਨਾਂ ਸੁਣੀਆਂ, ਬਾਣੀ ਸੁਣੀ, ਸ਼ਬਦ ਸੁਣਿਆ, ਪਰ ਜਿਵੇਂ ਉੱਠ ਕੇ ਗਿਆ, ਬਾਹਰ ਜਾਂਦਿਆਂ ਨੂੰ ਮੈਂ ਆਪਣੀ ਮੱਤ ਦੇ ਵਰਤਾਰੇ ਵਿੱਚ ਫਿਰ ਜੀਣਾ ਸ਼ੁਰੂ ਕਰ ਦਿੱਤਾ। ਸਤਿਗੁਰ ਕਹਿੰਦੇ ਨੇ ਤੂੰ ਸੰਭਾਲਿਆ ਤੇ ਹੈ ਹੀ ਨਹੀਂ। ਸੰਭਾਲਣ ਦਾ ਮਤਲਬ ਹੈ ਜੋ ਪੜ੍ਹਿਆ ਹੈ, ਜਦੋਂ ਸੰਸਾਰ ਵਿੱਚ ਵਿਚਰੇ ਉਸ ਪੜ੍ਹੇ ਹੋਏ ਨੂੰ ਆਪਣਾ ਆਧਾਰ ਬਣਾ ਕੇ ਸੰਸਾਰ ਵਿੱਚ ਤੁਰੇ। ਗੁਰਬਾਣੀ ਦਾ ਅਸਰ ਇਸੇ ਕਰਕੇ ਜੀਵਨ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਅਸੀਂ ਸੁਣਨ ਤੋਂ ਬਾਅਦ ਆਪਣੀ ਮੱਤ ਦਾ ਤਿਆਗ ਕਰਨਾ ਹੀ ਨਹੀਂ ਚਾਹੁੰਦੇ। ਗੁਰੂ ਕਹਿੰਦਾ ਹੈ ਆਪਣੀ ਮੱਤ ਛੱਡ ਦੇ, ਗੁਰੂ ਦੀ ਮੱਤ ਲੈ। ਸਭ ਕਹਿੰਦੇ ਨੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆ ਸਮਾਓ।
ਸ਼ਬਦ ਛੇਤੀ ਮਨ ਮਿਲਿਆ। ਬਸ ਆ ਸੀ ਸ਼ਬਦ ਨਾਲ ਮਨ ਮਿਲਾਣਾ ਸੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਬਦ ਨਾਲ ਇਹਨੇ ਮਨ ਮਿਲਾਇਆ ਹੀ ਨਹੀਂ। ਇਹਨੇ ਮਨ ਵਿਕਾਰਾਂ ਦੇ ਨਾਲ ਮਿਲਾ ਕੇ ਰੱਖਿਆ, ਵਿਸ਼ਿਆਂ ਨਾਲ ਮਿਲਾ ਕੇ ਰੱਖਿਆ। ਇਸ ਕਰਕੇ ਸਤਿਗੁਰ ਕਹਿੰਦੇ ਨੇ ਘਰ ਦੀ ਗੰਦਗੀ ਦੂਰ ਹੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਪਰਮਾਤਮਾ ਨੇ ਕਿਰਪਾ ਕੀਤੀ ਏ, ਤੈਨੂੰ ਸਤ ਸੰਗਤ ਰੂਪੀ ਘਰ ਮਿਲਿਆ, ਜਿੱਥੇ ਕਰਤੇ ਦੀ ਕੀਰਤ ਹੋਈ, ਕਰਤੇ ਦੀ ਵਡਿਆਈ ਹੋਈ, ਕਰਤੇ ਦੇ ਗੁਣ ਗਾਏ ਗਏ, ਕਰਤੇ ਦੇ ਗੁਣ ਸੁਣੇ ਗਏ, ਕਰਤੇ ਦੇ ਗੁਣ ਵਿਚਾਰੇ ਗਏ। ਹੁਣ ਉਹਨਾਂ ਕਰਤੇ ਦੇ ਗੁਣਾਂ ਨੂੰ ਸਤਿਗੁਰ ਕਹਿੰਦੇ ਨੇ ਸਤ ਸੰਗਤ ਰੂਪੀ ਘਰ ਦੇ ਅੰਦਰੋਂ ਵਿਹਾਜੇ ਗੁਣਾਂ ਨੂੰ ਤੂੰ ਆਪਣੇ ਜੀਵਨ ਦੇ ਅੰਦਰ ਸੰਭਾਲ। ਇਹ ਤੇਰੀ ਵਡਿਆਈ ਹੋਵੇਗੀ, ਇਹਦੇ ਵਿੱਚ ਤੇਰੀ ਸ਼ੋਭਾ ਹੋਏਗੀ, ਇਹਦੇ ਵਿੱਚ ਹੀ ਤੇਰੀ ਭਲਾਈ ਹੈ। ਫਿਰ ਸਤਿਗੁਰ ਜੀ ਪਹਿਲੇ ਬੰਦ ਵਿੱਚ ਸ਼ਬਦ ਦੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼। ਛੇ ਘਰ ਦਾ ਮਤਲਬ ਹੈ ਛੇ ਘਰ। ਘਰ ਇੱਥੇ ਘਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ, ਮੁਕਤਾ ਸ਼ਬਦ ਹੈ। ਇਸ ਘਰ ਦੇ ਵਿਦਵਾਨਾਂ ਨੇ ਅਰਥ ਕੀਤੇ ਨੇ ਛੇ ਸ਼ਾਸਤਰ। ਧਿਆਨ ਦੇਣਾ, ਛੇ ਸ਼ਾਸਤਰ ਕਿਹੜੇ ਨੇ? ਜਦੋਂ ਆਪ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਪੜ੍ਹਦੇ ਹੋ, ਵੈਸੇ ਗੁਰਮੁਖੋ ਸ਼ਾਸਤਰ, ਪੁਰਾਣ, ਸਿਮਰਤੀਆਂ, ਇਹ ਹਿੰਦੂ ਧਰਮ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਇਹਨਾਂ ਦੀ ਵੱਖੋ ਵੱਖਰੀ ਗਿਣਤੀ ਹੈ ਔਰ ਇਹਨਾਂ ਦੇ ਉਚਾਰਨ ਕਰਤਾ ਵੀ ਵੱਖੋ ਵੱਖਰੇ ਨੇ। ਇੱਕ ਸ਼ਾਸਤਰ ਦੀ ਵਿਚਾਰ ਦੂਜੇ ਨਾਲ ਨਹੀਂ ਰਲਦੀ, ਦੂਜੇ ਸ਼ਾਸਤਰ ਦੀ ਵਿਚਾਰ ਤੀਜੇ ਨਾਲ ਨਹੀਂ ਰਲਦੀ। ਧਿਆਨ ਦੇਣਾ, ਇੱਕ ਸਿਮਰਤੀ ਦੇ ਅੰਦਰ ਜੋ ਲਿਖਿਆ ਦੂਜੀ ਦੇ ਅੰਦਰ ਮੇਲ ਨਹੀਂ ਖਾਂਦਾ, ਕਿਉਂਕਿ ਉਹਨਾਂ ਨੂੰ ਉਚਾਰਨ ਕਰਨ ਵਾਲੇ ਵੱਖੋ ਵੱਖਰੇ ਨੇ। ਤੇ ਜਿਹੜੇ ਵੱਖੋ ਵੱਖਰੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਸਦਕੇ ਜਾਈਏ ਸਾਧ ਸੰਗਤ। ਬੇਸ਼ੱਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ 6 ਗੁਰੂਆਂ ਦੀ ਬਾਣੀ, ਟੋਟਲ 35 ਮਹਾਂਪੁਰਖਾਂ ਦੀ ਬਾਣੀ ਹੈ। ਉਹਨਾਂ ਵਿੱਚ 15 ਭਗਤ ਵੀ ਨੇ, 11 ਭੱਟ ਵੀ ਨੇ, ਉਹਨਾਂ ਵਿੱਚ 3 ਗੁਰਸਿੱਖ ਵੀ ਨੇ। ਪਰ ਧਿਆਨ ਦੇਣਾ, ਸਿਧਾਂਤ ਸਾਰੀ ਬਾਣੀ ਦਾ ਇੱਕੋ ਹੀ ਹੈ। ਸਿਧਾਂਤ ਤੋਂ ਕਿਸੇ ਨੇ ਵੀ ਦੂਰ ਜਾ ਕੇ ਗੱਲ ਨਹੀਂ ਕੀਤੀ। ਹਾਂ, ਜਿਹੜੇ ਸਿਧਾਂਤ ਤੋਂ ਦੂਰ ਜਾ ਕੇ ਗੱਲ ਕਰਨ ਵਾਲੇ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਭਗਤ ਕਾਨਾ, ਪੀਲੂ, ਛੱਜੂ ਤੇ ਹੁਸੈਨ ਵਰਗਿਆਂ ਦੀ ਬਾਣੀ 5ਵੇਂ ਜਾਮੇ ਵਿੱਚ ਸਤਿਗੁਰਾਂ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਸਤਿਗੁਰੂ ਕਹਿੰਦੇ ਨੇ 6 ਘਰ ਨੇ, ਭਾਵ 6 ਸਿਸਟਮ ਨੇ। ਬੜੇ ਪਿਆਰੇ ਸ਼ਬਦ ਨੇ, 6 ਘਰ। ਪਾਤਸ਼ਾਹ ਕਹਿੰਦੇ ਨੇ there are 6 system, 6 ਗੁਰ, 6 ਟੀਚਰ ਐਂਡ ਸਤਿਗੁਰ ਕਹਿੰਦੇ ਨੇ 6 ਉਪਦੇਸ਼। ਤੇ ਇਹਨਾਂ ਦੇ 6 ਹੀ ਉਪਦੇਸ਼ ਨੇ, 6 ਹੀ ਇਹਨਾਂ ਦੇ ਟੀਚਿੰਗਸ ਨੇ। ਹੁਣ ਪਾਤਸ਼ਾਹ ਕਹਿੰਦੇ ਨੇ ਜਿਹੜੇ 6 ਸ਼ਾਸਤਰ ਨੇ, 6 ਘਰ ਨੇ, ਇਹਨਾਂ 6 ਸ਼ਾਸਤਰਾਂ ਦਾ ਜ਼ਿਕਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ। ਉਹ ਕਹਿੰਦੇ ਨੇ ਸ਼ਾਕ, ਨਿਆਏ, ਵੈਸ਼ਿਸ਼ਕ, ਯੋਗ, ਮੀਮਾਂਸਾ ਤੇ ਫਿਰ 6ਵੇਂ ਦਾ ਜ਼ਿਕਰ ਕੀਤਾ ਵੇਦਾਂਤ। ਇਹ 6 ਸ਼ਾਸਤਰ ਨੇ। ਇਹਨਾਂ 6 ਨੂੰ ਉਚਾਰਨ ਕਰਨ ਵਾਲੇ 6 ਨੇ। ਜਿਵੇਂ ਜਿਹੜਾ ਸ਼ਾਕ ਸ਼ਾਸਤਰ ਹੈ, ਇਹਨੂੰ ਉਚਾਰਨ ਕਰਨ ਵਾਲਾ ਹੈ ਕਪਲ ਮੁਨੀ। ਨਿਆਇ ਸ਼ਾਸਤਰ ਜਿਹੜਾ ਹੈ, ਇਹਨੂੰ ਉਚਾਰਨ ਕਰਨ ਵਾਲਾ ਹੈ ਗੌਤਮ। ਵੈਸ਼ਿਸ਼ਕ ਜਿਹੜਾ ਹੈ, ਇਹਨੂੰ ਉਚਾਰਨ ਕਰਨ ਵਾਲਾ ਹੈ ਕਨਾਦ। ਯੋਗ ਸ਼ਾਸਤਰ ਜਿਹੜਾ ਹੈ, ਇਹਨੂੰ ਉਚਾਰਨ ਕਰਨ ਵਾਲਾ ਹੈ ਪਤੰਜਲੀ। ਮੀਮਾਂਸਾ ਜਿਹੜਾ ਇਹਨੂੰ ਉਚਾਰਨ ਕਰਨ ਵਾਲਾ ਹੈ ਜੈਮਿਨੀ। ਤੇ ਧਿਆਨ ਦੇਣਾ, ਵੈਦਾਂਤ ਦਾ ਕਰਤਾ ਜਿਹੜਾ ਉਹ ਵਿਆਸ ਹੈ। ਇਹ 6 ਘਰ, 6 ਗੁਰ। ਤੇ ਪਾਤਸ਼ਾਹ ਕਹਿੰਦੇ ਨੇ 6 ਸ਼ਾਸਤਰ ਨੇ, 6 ਗੁਰੂ ਨੇ ਤੇ 6 ਹੀ ਉਹਨਾਂ ਦੇ ਉਪਦੇਸ਼ ਨੇ। ਇਹਦਾ ਮਤਲਬ ਹੈ ਇੱਕ ਦਾ ਉਪਦੇਸ਼ ਦੂਜੇ ਨਾਲ ਨਹੀਂ ਮਿਲਦਾ, ਦੂਜੇ ਦਾ ਉਪਦੇਸ਼ ਤੀਜੇ ਨਾਲ ਨਹੀਂ ਮਿਲਦਾ। ਭਾਵ ਇਹਨਾਂ 6 ਦਾ ਉਪਦੇਸ਼ ਆਪਸ ਵਿੱਚ ਮਿਲਦਾ ਨਹੀਂ। ਪਰ ਦਾਤਾਰ ਪਿਤਾ ਕਹਿੰਦੇ ਨੇ ਦੇਖੋ ਹੁਣ ਸਮਝਣ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ। ਪਾਤਸ਼ਾਹ ਕਹਿੰਦੇ ਨੇ 6 ਘਰ, 6 ਗੁਰ, 6 ਉਪਦੇਸ਼। ਗੁਰ ਗੁਰ ਏਕੋ, ਵੇਸ਼ ਅਨੇਕ। ਪਾਤਸ਼ਾਹ ਕਹਿੰਦੇ ਨੇ ਗੁਰ ਗੁਰ ਏਕੋ। ਗੁਰ ਗੁਰ ਏਕੋ ਦਾ ਮਤਲਬ ਹੈ ਗੁਰੂ ਇਹਨਾਂ ਦਾ ਇੱਕੋ ਹੀ ਹੈ। ਗੁਰੂ ਕੌਣ ਹੈ? ਪਰਮਾਤਮਾ ਹੈ। ਪਰਮਾਤਮਾ ਨੇ ਇਹਨਾਂ 6 ਨੂੰ ਪੈਦਾ ਕੀਤਾ। ਪਰਮਾਤਮਾ ਨੇ ਇਹਨਾਂ 6 ਦੇ ਅੰਦਰ ਸਮਝ ਪੈਦਾ ਕੀਤੀ। ਕਰਤਾ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਹੈ। ਧਿਆਨ ਦੇਣਾ, ਕਰਤਾ ਸਾਰੀ ਸ੍ਰਿਸ਼ਟੀ ਦਾ ਇੱਕ ਹੈ।
ਤਾਤਾਰ ਪਿਤਾ ਜੀ ਕਹਿੰਦੇ ਨੇ ਉਹ ਜਿਹੜਾ ਕਰਤਾ ਸਾਰੀ ਕੁਦਰਤ ਦਾ ਇੱਕ ਹੀ ਉਹ ਕਰਤਾ ਇਹਨਾਂ ਦਾ ਵੀ, ਉਹ ਪ੍ਰਮਾਤਮਾ ਇੱਕੋ ਹੀ ਹੈ। ਗੁਰ ਗੁਰ ਏਕੋ, ਇਹਨਾਂ ਸਭਨਾਂ ਦਾ ਗੁਰੂ ਇੱਕੋ ਹੀ ਹੈ ਪ੍ਰਮਾਤਮਾ ਅਕਾਲ ਪੁਰਖ। ਗੁਰ ਗੁਰ ਏਕੋ ਵੇਸ਼ ਅਨੇਕ, ਉਸ ਕਰਤੇ ਨੇ ਅਨੇਕਾਂ ਵੇਸ਼ ਬਣਾਏ ਨੇ। ਪਾਤਸ਼ਾਹ ਕਹਿੰਦੇ ਨੇ ਇਹ ਕਰਤੇ ਦੇ ਵੇਸ਼ ਨੇ। ਪਰ ਪਾਤਸ਼ਾਹ ਜੀ ਨੇ ਜਿਹੜਾ ਨੁਕਤਾ ਦਿੱਤਾ ਨਾ, ਸਤਿਗੁਰ ਕਹਿੰਦੇ ਨੇ ਗੱਲ ਚੇਤੇ ਰੱਖੋ, ਇੱਕ ਗੁਰੂ ਏ। ਕਿੰਨਾ ਚੰਗਾ ਹੁੰਦਾ ਜੇ 6 ਸ਼ਾਸਤਰ 6 ਤਰ੍ਹਾਂ ਦੀ ਗੱਲ ਕਰਨ ਵਾਲੇ ਜੇ ਕਿਤੇ ਇੱਕ ਕਰਤੇ ਦੀ ਗੱਲ ਕਰਦੇ। ਪਾਤਸ਼ਾਹ ਜੀ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਵੀ 6 ਸ਼ਾਸਤਰ ਨੇ, ਇਹਨਾਂ ਦੇ ਅੰਦਰ 6 ਉਪਦੇਸ਼ ਨੇ, ਪਰ 6 ਉਪਦੇਸ਼ਾਂ ਦੇ ਅੰਦਰ ਹੈ ਮੇਰੇ ਕਰਤੇ ਤੇਰੀ ਗੱਲ ਕਿਸੇ ਨੇ ਨਹੀਂ ਕੀਤੀ, ਸਭਨਾਂ ਨੇ ਆਪਣੀ ਆਪਣੀ ਮੱਤ ਦੀ ਗੱਲ ਕੀਤੀ ਏ। ਕਿੰਨਾ ਚੰਗਾ ਹੁੰਦਾ ਸਤਿਗੁਰ ਜੀ ਜਿਨ੍ਹਾਂ 6 ਨੇ ਤੇਰੇ ਕੋਲੋਂ ਇਹ ਦਾਤ ਲਈ, ਕਿੰਨਾ ਚੰਗਾ ਹੁੰਦਾ 6 ਦੇ 6 ਜੇ ਤੇਰੇ ਹੀ ਗੁਣਾਂ ਦਾ ਬਖਾਨ ਕਰਦੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰ ਗੁਰ ਏਕੋ ਵੇਸ਼ ਅਨੇਕ। ਥੋੜਾ ਜਿਹਾ ਹੋਰ ਇਸ ਨੁਕਤੇ ਨੂੰ ਸਮਝੋ ਕਿਉਂਕਿ ਇਹ ਵਿਸ਼ਾ ਬੜਾ ਗੰਭੀਰ ਹੈ ਔਰ ਬੜਾ ਡੂੰਘਾ ਹੈ। ਸਤਿਗੁਰੂ ਪ੍ਰਮਾਤਮਾ ਨੇ ਕਿਰਪਾ ਕੀਤੀ ਆ, ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਇਸ ਸ੍ਰਿਸ਼ਟੀ ਦੇ ਅੰਦਰ ਏਡਾ ਵੱਡਾ ਬ੍ਰਹਿਮੰਡ, ਸੂਰਜ ਚਮਕਦਾ ਹੈ ਸਵੇਰੇ, ਅਸੀਂ ਇਹ ਸੋਚਨੇ ਆ ਵੀ ਸੂਰਜ ਧਰਤੀ ਤੇ ਇੱਕੋ ਹੀ ਹੈ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ ਇੱਕ ਨਹੀਂ ਅਨੇਕਾਂ ਹੀ ਸੂਰਜ ਨੇ। ਪਰਮਾਤਮਾ ਦੀ ਕੁਦਰਤ ਵਿੱਚ ਆ ਜਿਹੜੀਆਂ ਅਸੀਂ ਗਲੈਕਸੀਆਂ ਅਸਮਾਨ ਵਿੱਚ ਵੇਖਦੇ ਹਾਂ, ਇੱਕ ਇੱਕ ਤਾਰਾ ਜਿਹੜਾ ਸਾਨੂੰ ਇੱਕ ਛੋਟੇ ਜਿਹੇ ਬਿੰਦੂ ਦੀ ਤਰ੍ਹਾਂ ਨਜ਼ਰ ਆਉਂਦਾ ਹੈ, ਸੱਚ ਵਿੱਚ ਸਾਇੰਸ ਕਹਿੰਦੀ ਹੈ ਇੱਕ ਬਿੰਦੂ ਦੀ ਤਰ੍ਹਾਂ ਨਜ਼ਰ ਆਉਣ ਵਾਲਾ ਤਾਰਾ, ਉਹਦਾ ਆਕਾਰ ਵੀ ਸੂਰਜ ਦੇ ਆਕਾਰ ਤੋਂ ਵੱਡਾ ਹੈ। ਪਰ ਉਹ ਜਿਵੇਂ ਜਿਵੇਂ ਦੂਰੀ ਬਣਦੀ ਗਈ ਧਰਤੀ ਤੋਂ, ਉਵੇਂ ਉਵੇਂ ਉਹ ਛੋਟੇ ਹੁੰਦੇ ਗਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਗੁਰ ਏਕੋ ਵੇਸ਼ ਅਨੇਕ। ਇੱਕ ਗੱਲ ਚੇਤੇ ਰੱਖੀ, ਸਾਰੀ ਸ੍ਰਿਸ਼ਟੀ ਦਾ ਕਰਤਾ ਇੱਕੋ ਹੀ ਹੈ। ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਮੈਂ ਉਸ ਸੂਰਜਾਂ ਦੇ ਸੂਰਜ ਪ੍ਰਮਾਤਮਾ ਨੂੰ ਨਮਸਕਾਰ ਕਰਦਾ। ਉਸ ਚੰਦਰਮਾ ਦੀ ਚੰਦਰਮਾ ਦਾ ਸਭ ਤੋਂ ਵੱਡਾ ਚੰਦਰਮਾ ਉਹ ਕਰਤਾ, ਮੈਂ ਉਹਨੂੰ ਨਮਸਕਾਰ ਕਰਦਾ ਕਿਉਂਕਿ ਉਹਨੇ ਸਭ ਕੁਝ ਬਣਾਇਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਗੁਰੂ ਇਜ਼ ਵਨ। ਗੁਰੂ ਇੱਕੋ ਹੀ ਹੈ, ਪਰ ਧਿਆਨ ਦੇਣਾ ਉਹ ਇੱਕ ਗੁਰੂ ਜਿਹੜਾ ਹੈ ਮੈਨੀ ਆਰ ਹਿਜ਼ ਫਾਰਮ, ਉਹਦੇ ਵੇਸ਼ ਵੱਖੋ ਵੱਖਰੇ ਨੇ, ਉਹਦੇ ਆਕਾਰ ਵੱਖੋ ਵੱਖਰੇ ਨੇ। ਸਾਹਿਬ ਬਾਬੇ ਨਾਨਕ ਦੇ ਬਚਨ ਤੁਸੀਂ ਪੜ੍ਹਦੇ ਹੋ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ। ਪਾਤਸ਼ਾਹ ਕਹਿੰਦੇ ਨੇ ਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ। ਫਿਰ ਦੂਜੀ ਪੌੜੀ ਆਂਦੀ ਸਤਿਗੁਰ ਕਹਿੰਦੇ ਨੇ ਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ। ਫਿਰ ਤੀਸਰੀ ਪੌੜੀ ਆਈ ਸਾਹਿਬ ਕਹਿੰਦੇ ਨੇ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ। ਪਰ ਅੰਤ ਵਿੱਚ ਜਾ ਕੇ ਕੋਈ ਗੱਲ ਆਖੀ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਬਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰ ਗੁਰ ਏਕੋ ਵੇਸ਼ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਦੂਜੇ ਬੰਦ ਵਿੱਚ ਸਾਹਿਬ ਕਹਿੰਦੇ ਨੇ ਵਿਸ਼ਵੇ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਵਾ। ਇੱਥੇ ਹੁਣ ਸਮੇਂ ਦੀ ਵੰਡ ਹੈ ਜਿਹੜੀ ਮਨੁੱਖ ਨੇ ਕੀਤੀ। ਸਤਿਗੁਰ ਕਹਿੰਦੇ ਨੇ ਵਿਸ਼ਵੇ ਚਸਿਆਂ ਘੜੀਆਂ ਤੇ ਪਹਿਰਾਂ। ਧਿਆਨ ਦੇਣਾ ਅੱਖ ਦਾ ਜਿਹੜਾ ਫੋਰ ਹੈ, ਅੱਖ ਦਾ ਚਮਕਣਾ, ਇਹ ਜਦੋਂ 5 ਵਾਰੀ ਫੋਰ ਕਰਦੀ ਚਮਕਦੀ ਹੈ, ਇਹਦੇ 15 ਵਾਰੀ ਚਮਕਣ ਨੂੰ ਇੱਕ ਵਿਸ਼ਾ ਆਖਿਆ ਜਾਂਦਾ ਹੈ। ਇੱਕ ਵਿਸ਼ਾ ਜਿਹੜਾ 15 ਵਿਸ਼ਵੇ, ਜਦੋਂ 1 ਤੋਂ 15 ਵਿਸ਼ਵੇ ਬਣ ਜਾਣ ਉਹਨੂੰ ਇੱਕ ਚਸਾ ਆਖਿਆ ਜਾਂਦਾ ਹੈ। ਜਦੋਂ ਇਹ 30 ਚਸੇ ਬਣ ਜਾਣ ਉਹਨੂੰ ਇੱਕ ਪਲ ਆਖਿਆ ਜਾਂਦਾ ਹੈ। 60 ਪਲਾਂ ਨੂੰ ਇੱਕ ਘੜੀ ਆਖਿਆ ਜਾਂਦਾ ਹੈ। ਤੇ ਸੱਚ ਵਿੱਚ 7.5 ਘੜੀਆਂ ਦਾ ਇੱਕ ਪੈਰ ਤੇ 8 ਪੈਰਾਂ ਦਾ ਇੱਕ ਦਿਨ ਹੁੰਦਾ ਹੈ। ਇਹ ਸਮੇਂ ਦੀ ਵੰਡ ਬੰਦੇ ਨੇ ਕੀਤੀ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਵੇਖ ਵਿਸ਼ਵੇ ਚਸਿਆਂ ਘੜੀਆਂ ਪਹਿਰਾਂ, ਥਿੱਤੀ ਭਾਵ ਥਿੱਤਾਂ, ਵਾਰ ਭਾਵ ਮਹੀਨੇ, ਵਾਰਾਂ ਦਿਨਾਂ ਦੇ ਅੰਦਰ, ਮਹੀਨਿਆਂ ਆਦਿਕ ਦੇ ਅੰਦਰ ਅਨੇਕਾਂ ਹੀ ਰੁੱਤਾਂ ਨੇ। 6 ਰੁੱਤਾਂ ਦਾ ਜ਼ਿਕਰ ਹੈ। ਖਾਸ ਕਰਕੇ ਜਦੋਂ ਅਸੀਂ ਇਸ ਧਰਤੀ ਦੀ ਗੱਲ ਕਰਨੇ ਆ, ਜਿਸ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ, ਉਹ 6 ਰੁੱਤਾਂ ਬਦਲਦੀਆਂ ਨੇ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ, ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ, ਤੋਏ ਵਿਸ਼ਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਆ। ਸਭ ਕਹਿੰਦੇ ਨੇ ਸਾਰੇ ਪਸਾਰੇ ਦੇ ਅੰਦਰ ਹੈ, ਉਹ ਸਮੇਂ ਦੀ ਹਰ ਇਕਾਈ ਦੇ ਅੰਦਰ ਹੈ। ਤੂੰ ਅੱਖ ਜਿੰਨੀ ਚਮੇ ਚੋਂ ਚਮਕਣਾ ਉਹ ਇਸ ਸਮੇਂ ਦੇ ਅੰਦਰ ਵੀ ਹੈ। ਉਹ 6 ਰੁੱਤਾਂ ਵੀ ਹੁੰਦੀਆਂ ਬਣਾਈਆਂ ਨੇ, ਇਹ ਦਿਨ ਵੀ ਹੁੰਦੇ ਬਣਾਏ ਨੇ, ਇਹ ਮਹੀਨੇ ਵੀ ਉਸ ਕਰਤੇ ਦੇ ਬਣਾਏ ਨੇ। ਪਾਤਸ਼ਾਹ ਕਹਿੰਦੇ ਨੇ ਸੂਰਜ ਏਕੋ, ਇੱਕ ਸੂਰਜ ਹੈ, ਰੁੱਤ ਅਨੇਕ, ਇੱਕ ਸੂਰਜ ਹੀ ਉਗਦਾ ਹੈ। ਪਰ ਧਿਆਨ ਦੇਣਾ, ਇੱਕ ਸੂਰਜ ਦੇ ਉਗਣ ਦੇ ਨਾਲ ਰੁੱਤਾਂ 6 ਬਣ ਜਾਂਦੀਆਂ ਨੇ। ਸਭ ਕਹਿੰਦੇ ਨੇ ਵੇਖ ਕਰਤੇ ਦੀ ਵਡਿਆਈ, ਸੂਰਜ ਇੱਕੋ ਹੀ ਹੈ। ਐਸਾ ਨਹੀਂ ਵੀ ਬਸੰਤ ਰੁੱਤ ਦੇ ਅੰਦਰ ਸੂਰਜ ਹੋਰ ਉਗਦਾ ਹੈ, ਸਰਦੀ ਦੀ ਰੁੱਤ ਅੰਦਰ ਸੂਰਜ ਹੋਰ ਆ ਜਾਂਦਾ ਹੈ, ਗਰਮੀ ਦੀ ਰੁੱਤ ਅੰਦਰ ਸੂਰਜ ਹੋਰ ਆ ਗਿਆ। ਨਹੀਂ, ਸੂਰਜ ਇੱਕੋ ਹੀ ਹੈ। ਪਰ ਸਤਿਗੁਰੂ ਕਹਿੰਦੇ ਨੇ ਇੱਕ ਸੂਰਜ ਦੇ ਉਗਣ ਦੇ ਨਾਲ ਪ੍ਰਕਿਰਤੀ ਦਾ ਐਸਾ ਗੇੜ ਚੱਲਦਾ ਹੈ ਕਿ ਰੁੱਤਾਂ 6 ਬਣ ਗਈਆਂ। ਪਰ ਸਤਿਗੁਰੂ ਕਹਿੰਦੇ ਨੇ ਨਾਨਕ ਕਰਤੇ ਕਹਿ ਕੇਤੇ ਵੇਸ਼। ਸਤਿਗੁਰੂ ਕਹਿੰਦੇ ਨੇ ਵੇਖ ਕਰਤੇ ਦੇ ਕਿੰਨੇ ਵੇਸ਼ ਨੇ, ਇਹ ਸਭ ਕਰਤੇ ਦੇ ਵੇਸ਼ ਨੇ, ਇਹ ਕਰਤੇ ਦੇ ਸਰੂਪ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਅਸਲ ਵਿੱਚ ਇਸ ਪੌੜੀ ਵਿੱਚ ਕਹਿੰਦੇ ਨੇ ਕਿ ਭਾਈ ਕਰਤਾ ਪਰਮਾਤਮਾ ਅਕਾਲ ਪੁਰਖ ਇੱਕੋ ਹੀ ਹੈ। ਇਹ ਸਭ ਉਸ ਪਰਮਾਤਮਾ ਦੇ ਰੂਪ ਨੇ। ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਉਹਨਾਂ ਸਿਮਰਤੀਆਂ ਸ਼ਾਸਤਰਾਂ ਨੂੰ ਉਚਾਰਨ ਵਾਲਿਆਂ ਦਾ ਦਿੱਤਾ। ਹਾਲਾਂਕਿ ਬਾਣੀ ਅੰਦਰ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਸਭ ਕਹਿੰਦੇ ਨੇ ਸਿਮਰਤ ਸ਼ਾਸਤਰ ਵੇਦ ਪੁਕਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, 30 ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਜਿਹੜੇ ਸਿਮਰਤੀਆਂ ਵੇਦਾਂ ਪੁਰਾਣਾਂ ਨੂੰ ਉੱਚੀ ਉੱਚੀ ਪੁਕਾਰਦੇ ਨੇ, ਜੇ ਨਾਮ ਦੀ ਗੱਲ ਨਹੀਂ ਕਰਦੇ, ਰੱਬੀ ਹੁਕਮ ਦੀ ਗੱਲ ਨਹੀਂ ਕਰਦੇ, ਸਿਰਫ ਲੋਕਾਂ ਨੂੰ ਪਖੰਡ ਘੋਲ ਘੋਲ ਕੇ ਸੁਣਾਉਂਦੇ ਨੇ, ਉੱਚੀ ਉੱਚੀ ਬੋਲ ਕੇ ਸੁਣਾਉਂਦੇ ਨੇ, ਸਤਿਗੁਰ ਕਹਿੰਦੇ ਨੇ ਉਹਨਾਂ ਦੀਆਂ ਕੀਤੀਆਂ ਗੱਲਾਂ ਨਿਰਮੂਲ ਨੇ, ਉਹਨਾਂ ਦਾ ਕੋਈ ਅਰਥ ਨਹੀਂ। ਕਿਉਂਕਿ ਕਰਤੇ ਦੀ ਕੀਰਤੀ ਕਰਤੇ ਦੇ ਗੁਣਾਂ ਦੇ ਵਿੱਚ ਹੈ। ਜੇ ਕਰਤੇ ਦੇ ਗੁਣ ਗਾਏ ਨਹੀਂ, ਜ਼ੁਬਾਨੀ ਸਿਰਫ ਬੋਲਿਆ ਹੈ ਤੇ ਜ਼ੁਬਾਨੀ ਬੋਲਿਆ ਹੋਇਆ ਲੋਕਾਂ ਤੱਕ ਸੁਣਾਇਆ ਹੀ ਨਹੀਂ, ਉਹ ਜੋ ਅੰਤਰਾਤਮਿਕ ਗੁਰੂ ਦੇ ਰਿਹਾ ਉਪਦੇਸ਼ ਉਹ ਲੋਕਾਈ ਤੱਕ ਨਹੀਂ ਪਹੁੰਚਾਇਆ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੱਲ ਚੇਤੇ ਰੱਖੀ, ਇਹ ਕਰਤੇ ਦੇ ਵੱਖੋ ਵੱਖਰੇ ਵੇਸ਼ ਨੇ, ਪਰ ਸੱਚ ਜਿਹੜਾ ਮੈਸੇਜ ਹੈ ਉਹ ਇਹ ਧਿਆਨ ਵਿੱਚ ਰੱਖਣ ਵਾਲਾ ਹੈ ਵੀ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕਹਿ ਕੇਤੇ ਵੇਸ਼। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਪਹਿਲੇ ਬੰਦ ਵਿੱਚ ਕਹਿੰਦੇ ਨੇ ਗੁਰ ਗੁਰ ਏਕੋ ਵੇਸ਼ ਅਨੇਕ, ਗੁਰੂ ਇੱਕੋ ਹੀ ਹੈ ਪਰ ਉਹਦੇ ਵੇਸ਼ ਵੱਖੋ ਵੱਖਰੇ ਨੇ। ਉਹ ਹੈ ਕਰਤਾ ਪਰਮਾਤਮਾ ਅਕਾਲ ਪੁਰਖ। ਇਸ ਕਰਕੇ ਸਤਿਗੁਰ ਕਹਿੰਦੇ ਨੇ ਬਾਬਾ ਜੈ ਕਰ ਕਰਤੇ ਕੀਰਤ ਹੋਏ, ਜਿਸ ਸਤ ਸੰਗਤ ਰੂਪੀ ਘਰ ਦੇ ਅੰਦਰ ਕਰਤੇ ਦੀ ਵਡਿਆਈ ਹੋ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਸਤ ਸੰਗਤ ਰੂਪੀ ਘਰ ਦੇ ਅੰਦਰ ਪਰਮਾਤਮਾ ਦੇ ਵਿਹਾਜੇ ਹੋਏ ਗੁਣਾਂ ਦੀ ਸੰਭਾਲ ਕਰ, ਉਹਨਾਂ ਨੂੰ ਆਪਣੇ ਅੰਦਰ ਰੱਖ। ਜਦੋਂ ਤੂੰ ਉਹਨਾਂ ਗੁਣਾਂ ਦੀ ਸੰਭਾਲ ਕਰੇਗਾ, ਇਹਦੇ ਵਿੱਚ ਹੀ ਤੇਰੀ ਵਡਿਆਈ, ਇਹਦੇ ਵਿੱਚ ਹੀ ਤੇਰੀ ਸ਼ੋਭਾ, ਇਹਦੇ ਵਿੱਚ ਹੀ ਤੇਰੀ ਉਸਤਤ ਹੈ। ਹਾਂ, ਜੇ ਪਖੰਡ ਦੇ ਅੰਦਰ ਜੁੜ ਜਾਏਗਾ, ਵਹਿਮਾਂ ਭਰਮਾਂ ਦੇ ਅੰਦਰ ਜੁੜ ਜਾਏਗਾ, ਤੇ ਸਤਿਗੁਰ ਕਹਿੰਦੇ ਨੇ ਤੈਨੂੰ ਕੁਝ ਹਾਸਲ ਨਹੀਂ ਹੋਏਗਾ। ਤਾਂ ਹੀ ਭਗਤ ਨਾਮਦੇਵ ਜੀ ਨੇ ਵੀ ਇੱਕ ਦ੍ਰਿਸ਼ਾਂਤ ਦਿੱਤਾ ਹੈ, ਅਸ਼ੂ ਮੇਘ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ ਤੋ ਨਾ ਪੂਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜਰੇ ਆਲਸੀਆ ਮਨ। ਇਹ ਆਲਸੀ ਮਨ ਪਰਮਾਤਮਾ ਨੂੰ ਚੇਤੇ ਕਰ, ਆਪਣੇ ਬਣਾਏ ਵਿਧਾਨਾਂ ਨੂੰ ਰੱਬ ਤੇ ਥੋਪ ਕੇ ਨਾਕ ਵੀ ਇਹ ਰੱਬ ਦੇ ਬਚਨ ਨੇ। ਜੋ ਤੇਰੀ ਮਤ ਵਿੱਚ ਉਪਜਿਆ ਉਹ ਸੰਸਾਰ ਦੇ ਅੰਦਰ ਅਧੂਰਾ ਹੈ। ਜੋ ਕਰਤੇ ਦੀ ਵਿਚਾਰ ਵਿੱਚੋਂ ਪ੍ਰਗਟ ਹੋਇਆ, ਕਰਤੇ ਦੇ ਗੁਣਾਂ ਰਾਹੀਂ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ, ਫਿਰ ਤੂੰ ਪਰਮਾਤਮਾ ਦੇ ਅਸਲ ਵਿੱਚ ਗੁਣ ਗਾ ਸਕਣਾ ਹੈ ਔਰ ਉਹਦੇ ਨੇੜੇ ਹੋ ਸਕਣਾ ਹੈ। ਸਤਿਗੁਰ ਕਿਰਪਾ ਕਰਨ। ਇਸ ਦੂਸਰੇ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਅੰਮ੍ਰਿਤ ਉਪਦੇਸ਼ ਕੀਤਾ ਹੈ, ਪਾਤਸ਼ਾਹ ਜੀ ਨੂੰ ਸਮਝਣ ਦੀ ਦਾਤ ਬਖਸ਼ਣ ਯਤਨ ਕੀਤਾ ਹੈ। ਸਾਧ ਸੰਗਤ ਜਿੰਨੀ ਮੱਤ ਗੁਰੂ ਨੇ ਬਖਸ਼ੀ ਹੈ, ਆਪ ਜੀ ਦੇ ਨਾਲ ਇਹਨਾਂ ਪਾਵਨ ਬਚਨਾਂ ਨੂੰ ਸਾਂਝਾ ਕੀਤਾ ਹੈ। ਗੁਰੂ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ